ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਬਾਬਾ ਨੰਦ ਸਿੰਘ ਜੀ। ਸ਼੍ਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਝੋਰੜੀ ਵਿਰਾਜਮਾਨ ਹਨ। ਪਟੜੀ ਫੇਰ ਝੋਰੜ ਅਚਰਜਵਾਲ, ਫੇਰੂ ਰਾਏ ਨੱਥੋਵਾਲ, ਬੱਸੀਆਂ ਲੰਮੇ ਜੱਟਪੁਰਾ, ਮਾਣੂਕੇ ਚੱਕਰ, ਇਹ ਸਾਰੇ ਪਿੰਡ ਦੀਆਂ ਸੰਗਤ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਦੀਆਂ ਹਨ। ਕੀਰਤਨ ਅਤੇ ਦਰਸ਼ਨ ਪ੍ਰਸ਼ਨ ਕਰਕੇ ਮਨ ਵਾਂਛਿਤ ਫਲ ਪ੍ਰਾਪਤ ਕਰਦੀਆਂ ਹੈ। ਹੁਣ ਪੁੰਨਿਆਂ ਦਾ ਦਿਨ ਆ ਗਿਆ। ਸੰਗਤ ਦੂਰੋਂ ਨੇੜਿਓਂ ਹਜ਼ੂਰ ਦੇ ਚਰਨਾਂ ਵਿੱਚ ਆ ਰਹੀ ਹੈ। ਭਗਤ ਭਗਵਾਨ ਦਾਸ ਨਾਲ 2-3 ਸਿੰਘ ਹੋਰ ਹਨ। ਅੰਮ੍ਰਿਤਸਰ ਤੋਂ ਬਾਬਾ ਜੀ ਦੇ ਦਰਸ਼ਨ ਕਰਨ ਆ ਰਹੇ ਹਨ। ਗੱਡੀ ਵਿੱਚ ਬਾਬਾ ਜੀ ਦੇ ਬਚਨ ਚੱਲ ਰਹੇ ਹਨ। ਇਹਨਾਂ ਦੀਆਂ ਗੱਲਾਂ ਸੁਣ ਕੇ ਕੋਲ ਬੈਠਾ ਬਾਲਕ ਰਾਮ ਬੜਾ ਤਵੱਜੋ ਨਾਲ ਸੁਣ ਰਿਹਾ ਹੈ। ਭਗਵਾਨ ਦਾਸ ਨੇ ਇਹ ਵਚਨ ਕੀਤਾ, ਮਹਾਂਪੁਰਸ਼ਾਂ ਦੇ ਰੂਪ ਵਿੱਚ ਤ੍ਰਿਲੋਕੀ ਦਾ ਨਾਥ ਦੁਨੀਆ ਵਿੱਚ ਆਇਆ ਹੋਇਆ ਹੈ। ਪਰ ਐਸਾ ਅਵਤਾਰ ਯੁੱਗਾਂ ਵਿੱਚ ਕੋਈ ਆਉਂਦਾ ਹੈ। ਬ੍ਰਹਮ ਸਰੋਤਰੀ, ਬ੍ਰਹਮ ਨਿਸ਼ੇਟੀ, ਆਪ ਰੱਬ ਸੰਤਾਂ ਦੇ ਰੂਪ ਵਿੱਚ ਆਇਆ ਹੋਇਆ ਹੈ। ਇਹ ਬਚਨ ਸੁਣ ਬਾਲਕ ਨਾਥ ਬੜਾ ਹੈਰਾਨ ਹੋਇਆ ਤੇ ਭਗਵਾਨ ਦਾਸ ਪਾਸੋਂ ਪੁੱਛਿਆ, ਇਹੋ ਜਿਹਾ ਰੱਬ ਕਿੱਥੇ ਰਹਿੰਦਾ ਹੈ ਤੇ ਉਸਨੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਹਨ? ਉੱਤਰ ਵਿੱਚ ਭਗਵਾਨ ਦਾਸ ਨੇ ਕਿਹਾ, ਇਸ ਵੇਲੇ ਜ਼ਿਲ੍ਹਾ ਲੁਧਿਆਣਾ ਪਿੰਡ ਝੋਰੜਾ ਵਿੱਚ ਵਿਰਾਜਮਾਨ ਹਨ। ਕੱਲ੍ਹ ਨੂੰ ਪੁੰਨਿਆਂ ਤੇ ਸੰਗਤ ਉਹਨਾਂ ਦਾ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ। ਹੁਣ ਬਾਲਕ ਨਾਥ ਨੇ ਕਿਹਾ, ਮੈਨੂੰ ਵੀ ਨਾਲ ਲੈ ਚੱਲੋ, ਉਹਨਾਂ ਦੇ ਦਰਸ਼ਨ ਕਰਵਾਓ। ਅੱਗੋਂ ਭਗਵਾਨ ਦਾਸ ਨੇ 7 ਵਚਨ ਕਿਹਾ। ਹੁਣ ਸੰਗਤ ਦੇ ਨਾਲ ਬਾਲਕ ਨਾਥ ਵੀ ਝੋਰੜੀ ਪਹੁੰਚ ਗਿਆ। ਹੁਣ ਪਹਿਰੇਦਾਰ ਨੇ ਰਾਹੀਂ ਬੇਨਤੀ ਕੀਤੀ। ਬਾਬਾ ਜੀ ਨੇ ਆਪਣੇ ਪਾਸ ਅੰਦਰ ਬੁਲਾ ਲਿਆ। ਤਿਲ ਫੁੱਲ ਪ੍ਰਸ਼ਾਦ ਅੱਗੇ ਰੱਖ ਸੰਗਤ ਨੇ ਮੱਥਾ ਟੇਕਿਆ। ਹਜ਼ੂਰ ਨੇ ਬਾਲਕ ਨਾਥ ਵੱਲ ਤੱਕਦੇ ਪੁੱਛਿਆ, ਇਹ ਕਿੱਥੋਂ ਹੈ ਤੇ ਕੀ ਨਿਤਨੇਮ ਕਰਦਾ ਹੁੰਦਾ ਹੈ ਤੇ ਕਿਹਨਾਂ ਦੇ ਘਰ ਦਾ ਜਨਮ ਹੈ? ਹੁਣ ਬਾਲਕ ਨਾਥ ਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ, ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਪਿੰਡ ਗੜਦੀਵਾਲਾ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ। ਹੁਣ ਰੇਲਵੇ ਵਿੱਚ ਇੰਸਪੈਕਟਰ ਦੀ ਸਰਵਿਸ ਕਰਦਾ ਹਾਂ, ਪਰ ਗੁਰੂ ਧਾਰਨ ਵਾਸਤੇ ਪ੍ਰਸਿੱਧ ਤੀਰਥਾਂ ਦਾ ਰਟਨ ਕੀਤਾ ਹੈ, ਪਰ ਪੂਰਾ ਗੁਰੂ ਨਹੀਂ ਮਿਲਿਆ। ਬਿਆਸ ਵਾਲੇ ਰਾਧਾ ਸੁਆਮੀ ਬਾਬਾ ਸਾਵਨ ਸਿੰਘ ਜੀ ਨੂੰ ਵੀ ਮਿਲਿਆ ਹਾਂ, ਉਹਨਾਂ ਤੇ ਵੀ ਮੇਰੀ ਸ਼ਰਧਾ ਨਹੀਂ ਆਈ। ਫਿਰ ਅੰਮ੍ਰਿਤਸਰ ਵੀ ਸਾਰੇ ਡੇਰੇ ਸੰਤ ਮਹੰਤ ਦੇਖੇ, ਪਰ ਕੁਝ ਨਹੀਂ ਲੱਭਿਆ। ਫਿਰ ਗੋਬਿੰਦਵਾਲ ਸਾਹਿਬ, ਤਰਨ ਤਾਰਨ, ਖਡੂਰ ਸਾਹਿਬ, ਸਭ ਥਾਂ ਜਾ ਜਾ ਕੇ ਦੇਖੇ, ਪਰ ਸਭ ਨੂੰ ਵੇਖਦਾ ਵੇਖਦਾ ਅਸ਼ਰਧਕ ਹੋ ਗਿਆ। ਮਨ ਬੜਾ ਨਿਰਾਸ਼ ਹੋ ਗਿਆ। ਬਾਬਾ ਜੀ, ਕੱਲ੍ਹ ਗੱਡੀ ਵਿੱਚ ਭਗਵਾਨ ਦਾਸ ਦੇ ਕੁਝ ਬਚਨ ਸੁਣੇ ਹਨ ਤੇ ਇੱਥੇ ਆ ਕੇ ਆਪ ਜੀ ਦੇ ਦਰਸ਼ਨ ਹੋਏ ਹਨ। ਬਾਲਕ ਨਾਥ ਨੇ ਸਾਰੀ ਵਾਰਤਾ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਅਜੇ ਹੋਰ ਵੀ ਜਿੱਥੇ ਜਿੱਥੇ ਕੋਈ ਸਾਧੂ ਸੰਗਤ ਸੁਣਿਆ ਹੈ, ਉਹ ਚੰਗੀ ਤਰ੍ਹਾਂ ਦੇਖ ਲੈ, ਕੋਈ ਮਨ ਵਿੱਚ ਕਿਸੇ ਤਰ੍ਹਾਂ ਦੀ ਝਾਕ ਰਹਿ ਨਾ ਜਾਵੇ। ਇਹ ਵਚਨ ਬਾਬਾ ਜੀ ਦਾ ਸੁਣ ਕੇ ਮਨ ਨੂੰ ਠੰਡ ਪੈ ਗਈ, ਜਿਸ ਤਰ੍ਹਾਂ ਕਈਆਂ ਜਨਮਾਂ ਦਾ ਵਿਛੜਿਆ ਮਨ ਟਿਕ ਗਿਆ ਹੋਵੇ। ਪਰ ਅੱਗੋਂ 7 ਵਚਨ ਕਹਿ ਦਿੱਤਾ। ਹਜ਼ੂਰ ਨੇ ਆਪਣੇ ਮੁਬਾਰਕ ਹੱਥਾਂ ਨਾਲ ਪ੍ਰਸ਼ਾਦ ਦਿੱਤਾ ਤੇ ਲੈ ਕੇ ਵਾਪਸ ਚਲਾ ਗਿਆ। ਕੁਝ ਸਮਾਂ ਬਾਅਦ ਵਿੱਚ ਬਾਬਾ ਜੀ ਦਿੱਲੀ ਖੂਨੀ ਨਾਲੇ ਜਾ ਬਿਰਾਜੇ। ਜਿਉਂ-ਜਿਉਂ ਸੰਗਤ ਨੂੰ ਪਤਾ ਲੱਗਾ ਦਰਸ਼ਨ ਕਰਨ ਵੱਧ ਤੋਂ ਵੱਧ ਸੰਗਤ ਆ ਰਹੀ ਹੈ। ਅੱਜ ਕੱਲ੍ਹ ਬਾਲਕ ਨਾਥ ਵੀ ਦਿੱਲੀ ਆਨੰਦ ਪਰਬਤ ਤੇ ਠਹਿਰਿਆ ਹੋਇਆ ਸੀ। ਅੰਮ੍ਰਿਤ ਵੇਲੇ ਉੱਥੇ ਕੀਰਤਨ ਦੀ ਆਵਾਜ਼ ਸੁਣ ਕੇ ਨਾਲ ਦਾ ਗੁਆਂਢੀ ਸੁੱਚਾ ਸਿੰਘ ਮਿਸਤਰੀ ਨੂੰ ਨਾਲ ਲੈ ਕੇ ਖੂਨੀ ਨਾਲੇ ਪਹੁੰਚ ਗਏ। ਅੰਮ੍ਰਿਤ ਵੇਲੇ ਦਾ ਕੀਰਤਨ ਸੁਣਿਆ, ਭੋਗ ਪਏ ਤੇ ਬਾਅਦ ਪਤਾ ਲੱਗਾ ਕਿ ਦਰਸ਼ਨ ਸ਼ਾਮ ਨੂੰ ਹੋਣਗੇ। ਹੁਣ ਸਮੇਂ ਨੂੰ
ਹੁਣ ਸ਼ਾਮ ਨੂੰ ਫਲ ਫਰੂਟ ਨਾਰੀਅਲ ਵਗੈਰਾ ਲੈ ਕੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ। ਅੰਦਰ ਜਾਣ ਲੱਗੇ ਤਾਂ ਪਹਿਰੇ 'ਤੇ ਬਾਬਾ ਹਜ਼ੂਰਾ ਸਿੰਘ ਜੀ ਨੇ ਰੋਕ ਦਿੱਤਾ। ਹੁਣ ਬਾਲਕ ਨਾਥ ਘਬਰਾ ਗਿਆ। ਆਪਸ 'ਚ ਵਾਦ ਵਿਵਾਦ ਹੋ ਗਿਆ। ਇਹ ਰੌਲਾ ਸੁਣ ਬਾਬਾ ਜੀ ਨੇ ਅੰਦਰੋਂ ਬੰਦਾ ਭੇਜਿਆ। ਉਸਨੇ ਕਿਹਾ, ਬਾਬਾ ਜੀ ਨੇ ਕਿਹਾ ਹੈ ਕਿ ਬਾਤ ਬਤੰਡਾ ਨਾ ਕਰੋ, ਇੱਛਾ ਪੂਰਨ ਹੋ ਜਾਵੇਗੀ। ਹੁਣ ਕੁਝ ਮਿੰਟ ਮਗਰੋਂ ਬਾਬਾ ਜੀ ਨੇ ਅੰਦਰ ਬੁਲਾ ਲਿਆ। ਅੰਦਰ ਜਾ ਕੇ ਪ੍ਰਸ਼ਾਦ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਜਦੋਂ ਸਿਰ ਚੁੱਕਿਆ ਤਾਂ ਅਜੀਬ ਰੰਗ ਬਾਬਾ ਜੀ ਦੇ ਚਿਹਰੇ 'ਤੇ ਚਮਕ ਰਿਹਾ ਸੀ ਤੇ ਬਾਬਾ ਜੀ ਦੇ ਕੱਪੜਿਆਂ ਤੋਂ ਵੀ ਨੂਰ ਹੀ ਨੂਰ ਦਿਸ ਰਿਹਾ ਸੀ। ਮਨ ਨੂੰ ਬੜੀ ਠੰਡ ਪ੍ਰਾਪਤ ਹੋਈ। ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਵਿਨਸੈ ਸੁਖ ਦੁਖ। ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਨ ਪਾਵਨ ਤਨ ਮਨ ਸੁਖ। ਭਾਵ ਕਰੋੜਾਂ ਰਾਜਿਆਂ ਦਾ ਆਨੰਦ ਸਕਿੰਟਾਂ ਵਿੱਚ ਪ੍ਰਾਪਤ ਹੋ ਗਿਆ। ਜਦੋਂ ਬਾਬਾ ਜੀ ਨੇ ਇਉਂ ਕਿਹਾ, ਆਓ ਜੀ ਆਇਆਂ ਨੂੰ, ਜੀ ਆਇਆਂ ਨੂੰ ਬੜੀ ਪ੍ਰਸੰਨਤਾ ਨਾਲ ਬੋਲੇ। ਬਾਬਾ ਜੀ ਨੇ ਕਿਹਾ, ਕੀ ਚਾਹੁੰਦੇ ਹੈ? ਹੁਣ ਬੇਨਤੀ ਕੀਤੀ, ਜੀ ਤੁਸੀਂ ਅੰਤਰਜਾਮੀ ਹੋ। ਅੱਗੋਂ ਬਾਬਾ ਜੀ ਨੇ ਕਿਹਾ, ਤੈਨੂੰ ਕਿਸ ਤਰ੍ਹਾਂ ਪਤਾ ਹੈ? ਅੱਗੋਂ ਬੇਨਤੀ ਕੀਤੀ, ਜੀ ਮੈਂ ਦੇਖਿਆ ਵੀ ਹੈ ਤੇ ਸੁਣਿਆ ਵੀ ਹੈ। ਜਰਾ ਕੋ ਮੁਸਕਰਾ ਕੇ ਕਹਿਣ ਲੱਗੇ, ਸਾਡਾ ਮਹਿਕਮਾ ਇਹੋ ਜਿਹਾ ਨਹੀਂ ਹੈ। ਕੰਨਾ ਮੰਨਾ ਕੁਰਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰਰ। ਸਾਡਾ ਤਾਂ ਅਸੂਲ ਹੈ, ਦੁੱਧ ਪੀਏ ਕਾੜ ਕੇ ਤੇ ਚੇਲੇ ਬਣਾਈਏ ਤਾੜ ਕੇ। ਸ਼ਰਧਾ ਭਾਵਨਾ ਦੇ ਤਾਂ ਪੁੰਨ ਹੀ ਜੰਗਲਾਂ ਵਿੱਚੋਂ ਇੱਥੇ ਖਿੱਚ ਕੇ ਲਿਆਉਂਦੇ ਨੇ। ਹੁਣ ਪ੍ਰਸ਼ਾਦ ਵਿੱਚੋਂ ਨਾਰੀਅਲ ਨੂੰ ਸੋਟੀ ਲਾਈ ਜੋ ਹੱਥ ਵਿੱਚ ਹੀ ਸੀ ਤੇ ਇਹ ਕਹਿਣ ਲੱਗੇ, ਇਹ ਨਹੀਂ ਚਾਹੀਦਾ, ਸਿਰ ਚਾਹੀਦਾ ਹੈ। ਸਿਰ ਵੀ ਨਹੀਂ ਚਾਹੀਦਾ, ਸਿਰ ਦੇਣ ਵਾਲਾ ਚਾਹੀਦਾ ਹੈ। ਅੱਗੋਂ ਬਾਲਕ ਨਾਥ ਨੇ ਉੱਤਰ ਤਾਂ ਆਇਆ ਨਾ ਇਹ ਦੋਹਰਾ ਬੋਲਿਆ। ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ। ਗਿਰਹਾਂ ਖੋਲ੍ਹਣ ਨਹੀਂ ਜਾਣਦੇ, ਇਸ ਲਈ ਪਏ ਕੰਗਾਲ। ਅੱਗੋਂ ਬਾਬਾ ਜੀ ਨੇ ਕਿਹਾ, ਇਹਨਾਂ ਗੱਲਾਂ ਵਿੱਚ ਕੁਝ ਨਹੀਂ ਪਿਆ, ਸਿਧਾਂਤ ਵਿੱਚ ਆਓ। ਅੱਗੋਂ ਬਾਲਕ ਨਾਥ ਨੇ ਕਿਹਾ, ਪਾਤਸ਼ਾਹ ਆਪ ਖੋਲ੍ਹ ਕੇ ਦੱਸੋ, ਤੁਸੀਂ ਅਰਸ਼ੀ ਪ੍ਰੀਤਮ, ਅਸੀਂ ਫਰਸ਼ੀ ਕ੍ਰੋਧੀ। ਹੁਣ ਬਾਬਾ ਜੀ ਨੇ ਕਿਹਾ, ਸਿਰ ਦੀ ਉੱਥੇ ਲੋੜ ਨਾ ਕੋਈ, ਸਿਰ ਦੇਣ ਵਾਲਾ ਦੇਵਣ ਵਾਲਾ ਦੇ ਕੇ ਪਿੱਛੋਂ ਨਹੀਂ ਮੰਗਣ ਵਾਲਾ ਰਹਿਣਾ। ਬਾਬਾ ਜੀ ਨੇ ਕਿਹਾ, ਪਰਮੇਸ਼ਰ ਭਗਤਾਂ ਨੇ ਦੇਖਿਆ ਹੈ, ਜੇ ਭਗਤਾਂ ਨਾਲ ਪਿਆਰ ਕਰੇਗਾ ਤਾਂ ਪਰਮੇਸ਼ਰ ਦਿਖਾ ਦੇਵਾਂਗੇ। ਹੁਣ ਬਾਲਕ ਨਾਥ ਨੇ ਕਿਹਾ, ਜੀ ਮੈਂ ਰੱਬ ਨੂੰ ਮੰਨਦਾ ਹਾਂ। ਬਾਬਾ ਜੀ ਨੇ ਕਿਹਾ, ਰੱਬ ਦਾ ਕੀ ਸਰੂਪ ਹੈ? ਤਾਂ ਅੱਗੋਂ ਕਿਹਾ, ਜੀ ਰੱਬ ਦਾ ਰੰਗ ਰੂਪ ਤਾਂ ਹੈ ਹੀ ਨਹੀਂ। ਹੁਣ ਬਾਬਾ ਜੀ ਨੇ ਕਿਹਾ, ਜਿਸ ਦਾ ਰੰਗ ਰੂਪ ਹੀ ਨਹੀਂ, ਉਸ ਨੂੰ ਮਿਲਣਾ ਕਿਸ ਤਰ੍ਹਾਂ? ਹੁਣ ਬਾਲਕ ਨਾਥ ਨੇ ਕਿਹਾ, ਜੀ ਆਪ ਕਿਰਪਾ ਕਰੋ, ਰਾਹ ਦੱਸੋ। ਅੱਗੋਂ ਬਾਬਾ ਜੀ ਨੇ ਕਿਹਾ, ਚਲੋ ਦੀਵਾਨ ਵਿੱਚ, ਉੱਥੇ ਦੱਸਾਂਗੇ। ਅੱਗੋਂ 7 ਵਚਨ ਕਰਕੇ ਬਾਲਕ ਨਾਥ ਦੀਵਾਨ ਵਿੱਚ ਚਲਾ ਗਿਆ। ਹੁਣ ਬਾਲਕ ਨਾਥ ਨੇ ਇੱਕ ਫੋਟੋ ਜੇਬ ਵਿੱਚ ਰੱਖੀ ਹੋਈ ਸੀ ਤੇ ਆਪਣੇ ਮਨ ਵਿੱਚ ਕਿਹਾ ਸੀ ਕਿ ਬਾਬਾ ਜੀ ਪੂਰੇ ਹੋਣਗੇ ਤਾਂ ਇਸ ਫੋਟੋ ਵਰਗੇ ਦਰਸ਼ਨ ਦੇਣਗੇ। ਹੁਣ ਸਮੇਂ ਅਨੁਸਾਰ ਬਾਬਾ ਜੀ ਵੀ ਦੀਵਾਨ ਵਿੱਚ ਪਹੁੰਚ ਗਏ। ਜਿਸ ਵੇਲੇ ਬਾਲਕ ਨਾਥ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਸ ਫੋਟੋ ਵਰਗੇ ਦਰਸ਼ਨ ਹੋਏ। ਬੜਾ ਹੈਰਾਨ ਹੋਇਆ। ਅੱਖਾਂ ਨੂੰ ਮਲ ਮਲ ਕੇ ਦੇਖਦਾ ਹੈ। ਕਦੇ ਫੋਟੋ ਵਾਲੇ ਦਰਸ਼ਨ ਹੁੰਦੇ ਹਨ, ਕਦੇ ਬਾਬਾ ਜੀ ਦਾ ਸਰੂਪ ਦਿਸਣ ਲੱਗ ਜਾਂਦਾ ਹੈ। ਹੁਣ ਦੀਵਾਨ ਸਾਰਾ ਸੁਣਿਆ। ਰਾਤੀ ਘਰ ਚਲਾ ਗਿਆ। ਪ੍ਰਸ਼ਾਦਾ ਛਕ ਕੇ ਸੌਂ ਗਏ। ਰਾਤੀ ਸੁਪਨੇ ਵਿੱਚ ਵੀ ਕਦੇ ਫੋਟੋ ਵਾਲੇ ਬਾਬਾ ਜੀ ਦੇ ਦਰਸ਼ਨ ਹੁੰਦੇ ਹਨ, ਕਦੇ ਬਾਬਾ ਜੀ ਦੇ ਦਰਸ਼ਨ ਹੁੰਦੇ ਹਨ। ਹੁਣ ਸੁਰਤੀ ਨਾਲ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਬੇਨਤੀ ਕੀਤੀ,
ਹੁਣ ਆਪ ਦਾ ਬਣਾ ਲਓ, ਕੁਝ ਸਮਾਂ ਬੀਤ ਗਿਆ ਹੈ। ਬਾਬਾ ਜੀ ਵਿਸਾਖੀ 'ਤੇ ਦਮਦਮਾ ਸਾਹਿਬ ਗਏ ਹੋਏ ਸੀ। ਇੱਥੋਂ ਦਿੱਲੀ ਤੋਂ ਲਾਰੀ 'ਤੇ ਜਾਣ ਲਈ ਸਾਰੀ ਸੰਗਤ ਨੇ ਤਿਆਰੀ ਕਰ ਲਿੱਤੀ। ਹੁਣ ਬਾਲਕ ਨਾਥ ਦੀ ਦਾਦੀ ਨੂੰ ਪਤਾ ਲੱਗਾ ਤੇ ਕਹਿਣ ਲੱਗੀ, ਬਾਲਕਾ, ਮੈਨੂੰ ਤੂੰ ਪੁੱਛਿਆ ਹੀ ਨਹੀਂ। ਅੱਗੋਂ ਬਾਲਕ ਨੇ ਕਿਹਾ, ਦਾਦੀ ਜੀ, ਰਸਤਾ ਬੜਾ ਖਰਾਬ ਹੈ, ਅੱਖਾਂ ਤੋਂ ਤੈਨੂੰ ਦਿਸਦਾ ਨਹੀਂ, ਤੂੰ ਕੀ ਕਰਨਾ ਹੈ। ਅੱਗੋਂ ਦਾਦੀ ਨੇ ਕਿਹਾ, ਜੇ ਮੈਂ ਦਰਸ਼ਨ ਨਾ ਕਰਾਂਗੀ ਤਾਂ ਬਚਨ ਤਾਂ ਸੁਣ ਲਵਾਂਗੀ, ਮੈਨੂੰ ਜ਼ਰੂਰ ਲੈ ਕੇ ਚੱਲ। ਅੱਗੋਂ ਬਾਲਕ ਨਾਥ ਨੇ ਕਿਹਾ, 80 ਸਾਲ ਦੀ ਤੇਰੀ ਉਮਰ ਹੈ, ਰਸਤਾ ਬੜਾ ਖਰਾਬ ਹੈ, ਦਿਸਦਾ ਤੈਨੂੰ ਹੈ ਨਹੀਂ, ਸਾਨੂੰ ਵੀ ਦੁਖੀ ਕਰੇਂਗੀ। ਹੁਣ ਦਾਦੀ ਨੇ ਬੜੀ ਜਿੱਦ ਕੀਤੀ। ਬਾਲਕ ਨਾਥ ਨੇ ਦਾਦੀ ਨੂੰ ਵੀ ਤਿਆਰ ਕਰ ਲਿੱਤਾ। ਜਦੋਂ ਦਮਦਮੇ ਸਾਹਿਬ ਪਹੁੰਚੇ, ਜੰਡਸਰ ਸਾਰੇ ਸੰਗਤਾਂ ਦਾ ਬੜਾ ਭਾਰਾ ਇਕੱਠ ਸੀ। ਸੰਗਤ ਵੀ ਬਹੁਤ ਸੀ। ਬਾਬਾ ਜੀ ਬਾਣੀ ਕਰਦੇ ਸੀ। ਸੰਗਤ ਦਾ ਬੜਾ ਟਿਕਾ ਸੀ। ਜਦੋਂ ਬਾਬਾ ਜੀ ਬਾਣੀ ਕਰਕੇ ਹਟੇ ਤਾਂ ਮਾਈ ਰਹਿ ਨਾ ਸਕੀ। ਉੱਚੀ ਉੱਚੀ ਬੋਲ ਕੇ ਕਹਿਣ ਲੱਗੀ, ਬਾਬਾ ਜੀ ਨੂੰ ਮੁਖਾਤਬ ਕਰਕੇ, ਧੰਨ ਨਿਰੰਕਾਰ, ਧੰਨ ਨਿਰੰਕਾਰ। ਹੁਣ ਬਾਬਾ ਜੀ ਨੇ ਪੁੱਛਿਆ, ਇਹ ਕੌਣ ਹੈ। ਅੱਗੇ ਬਾਲਕ ਨਾਥ ਨੇ ਦੱਸਿਆ, ਜੀ ਮੇਰੀ ਦਾਦੀ ਹੈ। ਹੁਣ ਬਾਬਾ ਜੀ ਨੇ ਕਿਹਾ, ਮਾਈ ਕੀ ਚਾਹੁੰਦੀ ਹੈ। ਅੱਗੋਂ ਮਾਈ ਨੇ ਬੇਨਤੀ ਕੀਤੀ, ਜੀ ਦਰਸ਼ਨ ਹੋ ਜਾਣ। ਹੁਣ ਬਾਬਾ ਜੀ ਨੇ ਕਿਹਾ, ਅੰਨੀ ਕਦੋਂ ਦੀ ਹੋਈ ਹੈ। ਮਾਈ ਨੇ ਕਿਹਾ, 5-6 ਵਰ੍ਹਿਆਂ ਤੋਂ ਅੱਗੇ। ਬਾਬਾ ਜੀ ਨੇ ਕਿਹਾ, ਸੂਰਦਾਸ ਦੀਆਂ ਅੱਖਾਂ ਦੇ ਦੇਈਏ। ਅੱਗੋਂ ਮਾਈ ਨੇ ਕਿਹਾ, ਜੀ ਸੂਰਦਾਸ ਵਾਲੀਆਂ ਵੀ ਦੇ ਦਿਓ ਤੇ ਇਹ ਵੀ ਅੱਖਾਂ ਵੀ ਬਖਸ਼ੋ। ਹੁਣ ਬਾਬਾ ਜੀ ਕਹਿਣ ਲੱਗੇ, ਆਹ ਸਾਡਾ ਠਾਕੁਰ ਬੈਠਾ ਹੈ, ਇਹਨਾਂ ਦੇ ਚਰਨ ਫੜ ਲਓ, ਜੋ ਮੰਗੋਗੇ ਮਿਲੇਗਾ। ਇਹ ਇਸ਼ਾਰਾ ਬਾਬਾ ਵਧਾਵਾ ਸਿੰਘ ਜੀ ਵੱਲ ਸੀ, ਜੋ ਬਾਬਾ ਜੀ ਦੇ ਸਾਹਮਣੇ ਬੈਠੇ ਸਨ। ਅੱਗੋਂ 7 ਵਜਨ ਕਰਕੇ ਲਹਿਰੇ ਵਾਲਿਆਂ ਦੇ ਚਰਨ ਫੜ ਲਿੱਤੇ। ਹੁਣ ਬਾਬਾ ਵਧਾਵਾ ਸਿੰਘ ਜੀ ਕਹਿਣ ਲੱਗੇ, ਬਖਸ਼ਿਸ਼ ਤਾਂ ਬਾਬਾ ਨੰਦ ਸਿੰਘ ਜੀ ਦੀ ਨੇ ਕਰ ਦਿੱਤੀ ਹੈ। ਬਖਸ਼ਿਸ਼ ਤਾਂ ਬਾਬਾ ਨੰਦ ਸਿੰਘ ਜੀ ਨੇ ਕਰ ਦਿੱਤੀ ਹੈ, ਵਡਿਆਈ ਸਾਡੀ ਕਰ ਰਹੇ ਹਨ। ਇਸ ਤਰ੍ਹਾਂ 2 ਦਿਨ ਦਮਦਮਾ ਸਾਹਿਬ ਰਹਿ ਗਏ ਤੇ ਦੂਸਰੇ ਦਿਨ ਛੁੱਟੀ ਲੈਣ ਲਈ ਹਾਜ਼ਰ ਹੋਏ ਤਾਂ ਬਾਬਾ ਜੀ ਨੇ ਬਚਨ ਕੀਤਾ, 50 ਪਾਠ ਸੁਖਮਨੀ ਸਾਹਿਬ ਦੇ ਮਰਿਆਦਾ ਨਾਲ ਕਰਵਾ ਕੇ ਅਰਦਾਸ ਕਰਵਾਉਣੀ ਮਾਈ ਦੀਆਂ ਅੱਖਾਂ ਵਾਸਤੇ। ਫਿਰ ਕਿਹਾ, ਬਾਲਕ ਰਾਮਾ, ਕਿਤੇ ਸਾਡੇ ਪਾਠਾਂ ਪੂਠਾਂ 'ਤੇ ਹੀ ਨਾ ਰਹੀ, ਡਾਕਟਰ ਤੋਂ ਵੀ ਦਿਖਾ ਲਵੀਂ। ਅੱਗੋਂ ਬਾਲਕ ਨਾਥ ਨੇ ਕਿਹਾ, ਪਾਤਸ਼ਾਹ, 2 ਵਾਰੀ ਵੱਡੇ ਡਾਕਟਰ ਸ਼ਰਾਫ ਪਾਸੋਂ ਅੱਗੇ ਆਪਰੇਸ਼ਨ ਕਰਵਾ ਚੁੱਕੇ ਹਾਂ, ਉਸ ਤੋਂ ਕੁਝ ਨਹੀਂ ਬਣਿਆ। ਉਸਨੇ ਜਵਾਬ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।